ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜ ਬੈਠੀ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਤੇ ਕੀਮਤੀ ਸਵਾਸ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਅੰਮ੍ਰਿਤਮਈ ਧੁਰ ਕੀ ਬਾਣੀ ਦਾ ਮੀਂਹ ਵਰਸ ਰਿਹਾ ਹੈ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ। ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਣ ਕੀਤੇ ਹਨ। ਸਾਡਾ ਸੁਭਾਗ ਹੈ ਕਿ ਸਾਨੂੰ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰਬਾਣੀ ਨੂੰ ਵਿਚਾਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਜ ਦਾ ਪਾਵਨ ਸ਼ਬਦ ਸਾਨੂੰ ਬਖਸ਼ਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਜੋ ਲੜੀਵਾਰ ਕਥਾ ਹੈ, ਲੜੀਵਾਰ ਕਥਾ ਦਾ ਸ਼ਬਦ ਵੀ ਇਹੀ ਹੈ। ਹੁਕਮਨਾਮਾ ਵੀ ਮਹਾਰਾਜ ਜੀ ਨੇ ਅੱਜ ਇਸ ਸ਼ਬਦ ਦੇ ਦੋ ਇਤਿਹਾਸਕ ਪੱਖ ਮਹਾਂਪੁਰਸ਼ ਸੰਪਰਦਾਇ ਵਿਦਵਾਨ ਦੱਸਦੇ ਨੇ। ਇਹ ਸ਼ਬਦ ਸਤਿਗੁਰਾਂ ਨੇ ਉਚਾਰਿਆ ਕਿਸ ਵੇਲੇ? ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਹੋ ਰਹੀ ਹੈ। ਬੇਅੰਤ ਸੰਗਤਾਂ ਬੇਅੰਤ ਗੁਰਸਿੱਖ ਸੇਵਾ ਵਿੱਚ ਲੱਗੇ ਹਨ। ਪੰਚਮ ਪਾਤਸ਼ਾਹ ਜੀ ਮਹਾਰਾਜ ਜਿੱਥੇ 68 ਤੀਰਥ ਹੈ ਇੱਥੇ ਬੈਠੇ ਨੇ। ਇੱਕਦਮ ਸਿੱਖ ਆਏ ਤੇ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਦਿਵਿਆ ਸਵਰੂਪ ਵਿਅਕਤੀ ਹੈ, ਉਹ ਟੋਕਰੀ ਢੋ ਰਿਹਾ, ਸਰੋਵਰ ਚੋਂ ਮਿੱਟੀ ਦੀ ਟੋਕਰੀ ਚੁੱਕਦਾ ਹੈ, ਬਾਹਰ ਤੱਕ ਲੈ ਕੇ ਜਾਂਦਾ ਹੈ। ਹੈਰਾਨੀ ਇਹ ਹੈ ਕਿ ਜਦੋਂ ਟੋਕਰੀ ਚੁੱਕਦਾ ਹੈ ਤਾਂ ਉਹ ਟੋਕਰੀ ਉਹਦੇ ਸਿਰ ਨਾਲ ਨਹੀਂ ਛੂੰਹਦੀ, ਸਿਰ ਤੋਂ ਸਵਾ ਹੱਥ ਉੱਚੀ ਨਜ਼ਰ ਆਉਂਦੀ। ਪੰਚਮ ਪਾਤਸ਼ਾਹ ਨੇ ਪੈਰਾਂ 'ਚ ਜੋੜਾ ਨਹੀਂ ਪਾਇਆ, ਬੜੀ ਤੇਜ਼ੀ ਨਾਲ ਕਾਹਲੀ ਨਾਲ ਚੱਲ ਕੇ ਉੱਥੇ ਪਹੁੰਚੇ ਜਿੱਥੇ ਅੱਜ ਕੱਲ੍ਹ ਹਰ ਕੀ ਪੌੜੀ ਹੈ, ਜਿੱਥੋਂ ਸੰਗਤਾਂ ਚੂੜਾ ਲੈਂਦੀਆਂ ਹਨ। ਇਸ ਜਗ੍ਹਾ ਤੇ ਉਹ ਖੜੇ ਨੇ। ਕੌਣ ਨੇ? ਆਪ ਸਵੈਂ ਅਕਾਲ ਪੁਰਖ ਜੀ ਸਰੀਰ ਧਾਰ ਕੇ ਆਏ ਨੇ ਸਰੋਵਰ ਦੀ ਸੇਵਾ ਕਰਨ ਲਈ। ਅਕਾਲ ਪੁਰਖ ਜੀ ਦੇ ਦਰਸ਼ਨ ਕੀਤੇ। ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਇਹ ਪਾਵਨ ਸ਼ਬਦ ਰਾਗ ਸੂਹੀ ਦਾ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਨਿਰੰਕਾਰ ਜੀ ਨੇ, ਅਕਾਲ ਪੁਰਖ ਜੀ ਨੇ ਬਚਨ ਕਹੇ, ਹੇ ਗੁਰੂ ਅਰਜਨ ਦੇਵ ਜੀ, ਇਹ ਸੰਸਾਰ ਵਿੱਚ ਬਹੁਤ ਮੰਦਰ ਨੇ। ਕਿਤੇ ਵਿਸ਼ਨੂੰ ਮੰਦਰ ਹੈ, ਕਿਤੇ ਸ਼ਿਵ ਮੰਦਰ ਹੈ, ਦੇਵੀ ਦੇਵਤਿਆਂ ਦੇ ਮੰਦਰ ਬਹੁਤ ਨੇ, ਪਰ ਮੇਰਾ ਮੰਦਰ ਕੋਈ ਵੀ ਨਹੀਂ। ਤੁਸੀਂ ਇਸ ਜਗ੍ਹਾ ਤੇ ਮੇਰਾ ਮੰਦਰ ਹਰੀ ਮੰਦਰ ਬਣਾਓ।
ਪੰਚਮ ਪਾਤਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਮੰਦਰ, ਆਪ ਜੀ ਦਾ ਘਰ ਬਣਾਉਣਾ ਹੈ, ਉਹਦੇ ਲਈ ਨਕਸ਼ਾ ਅਕਾਲ ਪੁਰਖ ਜੀ ਨੇ ਖੁਦ ਸ੍ਰੀ ਹਰਿਮੰਦਰ ਸਾਹਿਬ ਦਾ ਸਾਰਾ ਨਕਸ਼ਾ ਮਹਾਰਾਜ ਪੰਚਮ ਪਾਤਸ਼ਾਹ ਜੀ ਨੂੰ ਦੱਸਿਆ। ਇਸ ਤਰ੍ਹਾਂ 4 ਦਰਵਾਜ਼ੇ ਹੋਣੇ ਆ, ਇਸ ਤਰ੍ਹਾਂ ਪੁਲ ਆਉਣਾ। ਉਹ ਕੱਲੀ ਕੱਲੀ ਜਾਣਕਾਰੀ ਅਕਾਲ ਪੁਰਖ ਜੀ ਨੇ ਆਪ ਦਿੱਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹਦਾ ਨਕਸ਼ਾ ਖੁਦ ਨਿਰੰਕਾਰ ਨੇ, ਹਰੀ ਨੇ ਆਪ ਬਣਾਇਆ। ਇਸ ਕਰਕੇ ਸ੍ਰੀ ਹਰਿਮੰਦਰ ਜਿਹਾ ਦੁਨੀਆ ਵਿੱਚ ਕੋਈ ਹੋਰ ਮੰਦਰ ਨਹੀਂ ਬਣ ਸਕਿਆ। ਕਈਆਂ ਨੇ ਬਣਾਉਣ ਦਾ ਯਤਨ ਕੀਤਾ, ਪਰ ਮਹਾਰਾਜ ਜੀ ਦੇ ਹਰਿਮੰਦਰ ਦੀ ਬਰਾਬਰੀ ਨਹੀਂ ਕਰ ਸਕੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹਰੀ ਅਕਾਲ ਪੁਰਖ ਜੀ ਦੇ ਸਨਮੁਖ ਉਸ ਵਕਤ ਤੇ ਸ਼ਬਦ ਉਚਾਰਿਆ। ਫਿਰ ਇਸ ਸ਼ਬਦ ਦਾ ਦੂਸਰਾ ਪਕਸ਼ ਹੈ ਕਿ ਜਿਸ ਵਕਤ ਸ੍ਰੀ ਹਰਿਮੰਦਰ ਸਾਹਿਬ ਜੀ ਬਣ ਕੇ ਤਿਆਰ ਹੋ ਗਏ, ਉਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ। ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖਾਂ ਨਾਲ ਬੈਠਿਆਂ ਮਹਾਰਾਜ ਜੀ ਵਿਚਾਰ ਕਰਦੇ ਨੇ ਕਿ ਬਾਬਾ ਜੀ, ਤੁਰਕੀ ਬਾਣੀ ਦਾ ਜਹਾਜ਼ ਤਿਆਰ ਹੋ ਗਿਆ, ਸੁਝਾਅ ਦਿਓ ਕਿ ਪ੍ਰਕਾਸ਼ ਕਿੱਥੇ ਕਰੀਏ। ਬਾਬਾ ਜੀ ਨੇ ਆਖਿਆ, ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜੈਸਾ ਪਵਿੱਤਰ ਸਥਾਨ ਹੋਰ ਕਿਹੜਾ ਵਿਸ਼ਵ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਾ ਚਾਹੀਦਾ। ਭਾਦਰੋਂ ਸੁਦੀ ਏਕਮ ਵਾਲੇ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਿਆਰੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਘਰ ਦੇ ਪਹਿਲੇ ਗ੍ਰੰਥੀ ਸਿੰਘ ਵਜੋਂ ਨਿਯੁਕਤ ਕੀਤਾ। ਦਰਬਾਰ ਸਾਹਿਬ ਵਿਖੇ ਸੋਹਣਾ ਚੰਦੋਆ ਤਾਣ ਕੇ ਪੀੜੇ ਤੇ ਸਤਿਗੁਰਾਂ ਦਾ ਸਰੂਪ ਸੁਭਾਏਮਾਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਪੰਚਮ ਪਾਤਸ਼ਾਹ ਨੇ ਕਿਹਾ ਕਿ ਬਾਬਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਉਹ ਬਾਬਾ ਜੀ ਨੇ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਤੇ ਸਭ ਤੋਂ ਪਹਿਲਾ ਸ੍ਰੀ ਮੁਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਸਮੇਂ ਜੋ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ, ਉਹ ਅੱਜ ਦਾ ਪਾਵਨ ਸ਼ਬਦ ਹੈ। ਲੜੀਵਾਰ ਕਥਾ ਦਾ ਵੀ ਸ਼ਬਦ ਹੈ ਔਰ ਅੱਜ ਦਾ ਹੁਕਮਨਾਮਾ ਵੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹਲਾ ਪੰਜਵਾ। ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਰਾਗ ਸੋਹੀ ਹੈ ਔਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਹਨ ਕਿ ਸੰਤਾਂ ਦੇ ਕਾਰਜ ਵਿੱਚ ਆਪ ਹਰੀ ਅਕਾਲ ਪੁਰਖ ਜੀ ਆ ਕੇ ਖਲੋਤੇ ਨੇ। ਇੱਥੇ ਸੰਤ ਮਹਾਰਾਜ ਜੀ ਨੇ ਆਪਣੇ ਆਪ ਨੂੰ ਨਹੀਂ ਕਿਹਾ, ਇੱਥੇ ਸੰਤ ਕਹਿ ਰਹੇ ਨੇ ਧੰਨ ਗੁਰੂ ਰਾਮਦਾਸ ਤੇ ਧੰਨ ਗੁਰੂ ਅਮਰਦਾਸ ਸਾਹਿਬ ਨੂੰ, ਕਿਉਂਕਿ ਇਹ ਕਾਰਜ ਉਹਨਾਂ ਦਾ ਸੀ ਨਾ। ਉਹਨਾਂ ਕਿਹਾ ਸੀ ਪੰਚਮ ਪਾਤਸ਼ਾਹ ਜੀ ਨੂੰ ਕਿ ਸਰੋਵਰ ਦੀ ਸੇਵਾ ਕਰਾਉਣੀ ਆ, ਪੱਕਿਆਂ ਕਰਾਉਣਾ ਸਰੋਵਰ ਨੂੰ। ਇਸ ਕਰਕੇ ਕਹਿ ਰਹੇ ਨੇ ਕਿ ਸੰਤਾਂ ਦੇ ਇਸ ਕਾਰਜ ਵਿੱਚ ਖੁਦ ਹਰੀ ਅਕਾਲ ਪੁਰਖ ਪਰਮੇਸ਼ਰ ਜੀ ਆਪ ਆ ਕੇ ਖਲੋਤੇ ਨੇ। ਹਰੀ ਜੀ ਆਪ ਕੰਮ ਕਰਾਵਣ ਆਏ ਨੇ, ਆਪ ਟੋਕਰੀ ਢੋ ਰਹੇ ਨੇ।
ਇਸੇ ਕਰਕੇ ਜਿੱਥੇ ਖਲੋਤੇ ਮਿਲੇ ਨੇ ਮਹਾਰਾਜ ਜੀ ਨੂੰ ਉੱਥੇ ਹਰ ਕੀ ਪੌੜੀ। ਸ਼੍ਰੀ ਹਰਿਮੰਦਰ ਸਾਹਿਬ ਜਦੋਂ ਬਣ ਕੇ ਤਿਆਰ ਹੋ ਗਿਆ ਤੇ ਸਭ ਤੋਂ ਪਹਿਲਾ ਜਿਹੜਾ ਚੂੜਾ ਮਹਾਰਾਜ ਜੀ ਨੇ ਲਿਆ ਨਾ ਪੰਚਮ ਪਾਤਸ਼ਾਹ ਨੇ ਸਰੋਵਰ ਚੋਂ, ਉਹ ਹਰ ਕੀ ਪੌੜੀ ਤੋਂ ਲਿਆ। ਇਸ ਕਰਕੇ ਹੁਣ ਵੀ ਸੰਗਤਾਂ ਜਿਹੜੀਆਂ ਦਰਬਾਰ ਸਾਹਿਬ ਹਾਜ਼ਰੀ ਭਰ ਕੇ ਆਉਂਦੀਆਂ, ਉਹ ਪਰਿਕਰਮਾ ਕਰਕੇ ਹਰ ਕੀ ਪੌੜੀ ਤੋਂ ਜਲ ਦਾ ਚੂੜਾ ਛਕਦੀਆਂ ਕਿ ਆਪ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਇਹ ਕੰਮ ਕਰਾਵਣ ਆਏ ਨੇ। ਸਰੋਵਰ ਦੀ ਕਾਰ ਸੇਵਾ ਖੁਦ ਆਪ ਕਰਾਉਣ ਆਏ ਨੇ। ਇਹ ਨਿਰੰਕਾਰ ਪਰਮੇਸ਼ਰ ਦਾ ਸੁਭਾਅ ਹੈ, ਅਕਾਲ ਪੁਰਖ ਦਾ ਬਿਰਦ ਹੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਜਿੱਥੇ ਜਿੱਥੇ ਉਹਦੇ ਸੇਵਕ ਦਾ ਕੋਈ ਕਾਰਜ ਹੁੰਦਾ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਉਸ ਕਾਰਜ ਨੂੰ ਕਰਨ ਵਾਸਤੇ ਆਉਂਦੇ ਆ। ਬਾ ਸ਼ਰਤ ਹੈ ਕੋਈ ਸੰਤ ਹੋਵੇ। ਸੰਤ, ਜਦੋਂ ਸੰਤ ਦੀ ਗੱਲ ਹੁੰਦੀ ਹੈ ਤੇ ਫਿਰ ਸੰਤ ਕੌਣ ਹੈ, ਇਹ ਸਵਾਲ ਉਤਪੰਨ ਹੁੰਦਾ। ਸੰਤ ਉਹ ਹੈ ਜਿਸ ਦੇ ਹਿਰਦੇ ਵਿੱਚ ਸ਼ਾਂਤੀ ਆ ਗਈ ਹੈ, ਟਿਕਾ ਆ ਗਿਆ ਔਰ ਸਤਿ ਗੁਣ ਸਹਿਤ ਸੰਪੰਨ ਹੋ ਗਿਆ। ਸੰਤ ਉਹ ਹੈ ਜਿਸ ਅੰਦਰ ਟਿਕਾ ਆ ਗਿਆ, ਜੋ ਸ਼ਾਂਤ ਹੋ ਗਿਆ। ਜਿਸ ਅੰਦਰ ਅਸ਼ਾਂਤੀ ਹੈ, ਜਿਸ ਅੰਦਰ ਖਰਬੜਾਹਟ ਹੈ, ਉਹ ਸੰਤ ਕਿਵੇਂ ਹੋ ਸਕਦਾ? ਸੰਤ ਉਹ ਹੈ ਜਿਹੜਾ ਸੰਸਾਰ ਦੇ ਹਰ ਵਿਸ਼ੇ ਵਿਕਾਰ ਵੱਲੋਂ ਸ਼ਾਂਤ ਹੋ ਗਿਆ। ਜਿਵੇਂ ਅੱਗ ਬੁਝ ਕੇ ਸ਼ਾਂਤ ਹੋ ਜਾਂਦੀ ਹੈ ਨਾ, ਸਵਾਹ ਬਣ ਜਾਂਦੀ ਹੈ, ਏਦਾਂ ਜੋ ਸਰਬ ਤਰਫੋਂ ਸ਼ਾਂਤ ਹੋ ਜਾਏ, ਜਿਸ ਦੀਆਂ ਇੰਦਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਔਰ ਮਨ ਸਮੇਤ ਇਹ ਸ਼ਾਂਤ ਹੋ ਜਾਣ, ਉਹ ਸੰਤ ਹੈ। ਜਿਸ ਅੰਦਰ ਪਰਮੇਸ਼ਰ ਦੀ ਸਿਮਰਤੀ ਚੱਲ ਰਹੀ ਹੈ, ਨਿਰੰਕਾਰ ਦਾ ਸਿਮਰਨ ਚੱਲ ਰਿਹਾ ਹੈ ਔਰ ਉਸ ਨੂੰ ਪਰਮੇਸ਼ਰ ਦਾ ਸਿਮਰਨ ਨਹੀਂ ਭੁੱਲਦਾ, ਉਹ ਸੰਤ ਹੈ। ਜਿਹਨਾਂ ਸਾਸ ਗਰਾਸ ਨਾ ਬਿਸਤਰ ਹੈ। ਤੋ ਐਸੇ ਸੰਤਾਂ ਦੇ ਕਾਰਜ ਕਰਨ ਵਾਸਤੇ ਹਰੀ ਜੀ ਆਪ ਵਿੱਚ ਆ ਕੇ ਖਲੋ ਜਾਂਦੇ। ਕਬੀਰ ਜੀ ਦੀ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਕਿ ਕਬੀਰ ਜੀ ਦੇ ਕਾਰਜਾਂ ਵਿੱਚ ਵੀ ਭਗਵਾਨ ਆਪ ਕਬੀਰ ਰੂਪ ਹੋ ਕੇ ਆਪ ਬੋੜਦੇ ਨੇ, ਉਹਨਾਂ ਦੇ ਕਾਰਜ ਸਵਾਰਦੇ ਹਨ। ਤੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਖੁਦ ਸੰਤਾਂ ਦੇ ਕਾਰਜਾਂ ਵਿੱਚ ਆ ਕੇ ਖਲੋਂਦੇ ਨੇ ਔਰ ਹਰੀ ਜੀ ਆਪ ਕੰਮ ਕਰਾਵਣ ਆਏ ਹਨ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪੂਰੇ ਸੰਸਾਰ ਭਰ ਵਿੱਚ ਗੁਰ ਸਿੱਖ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਵਾਲਾ ਪਾਵਨ ਅਸਥਾਨ, ਜਿਸ ਅਸਥਾਨ ਤੇ ਬਣਿਆ ਗੁਰਸਿੱਖ ਨੂੰ ਉਹ ਧਰਤੀ ਸਭ ਤੋਂ ਵੱਧ ਸ਼ੋਭਨੀਕ ਤੇ ਸੁਹਾਵਣੀ ਪ੍ਰਤੀਤ ਹੁੰਦੀ। ਇਹ ਧਰਤ ਸੁਹਾਵਣੀ, ਧਰਤ ਸੁਹਾਵੀ। ਫਿਰ ਇਹਦੇ ਵਿੱਚ ਬਣਿਆ ਤਾਲ, ਅੰਮ੍ਰਿਤਸਰ ਸਰੋਵਰ, ਮਹਾਰਾਜ ਜੀ ਕਹਿੰਦੇ ਵੀ ਸੁਹਾਵਣਾ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਫਿਰ ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਹੋਇਆ। ਇਹ ਸਰੋਵਰ ਵਿੱਚ ਅੰਮ੍ਰਿਤ ਜਲ ਭਰਿਆ ਹੋਇਆ, ਇਹ ਅੰਮ੍ਰਿਤ ਹੈ। ਇਸੇ ਕਰਕੇ ਉਸ ਵੇਲੇ ਦੇ ਸਮੇਂ ਦੀਆਂ ਸਰਕਾਰਾਂ ਨੇ ਅਬਦਾਲੀ ਵਰਗੇ, ਨਾਦਰ ਵਰਗਿਆਂ ਨੂੰ ਆਖਿਆ ਇਹਨਾਂ ਕੋਲ ਆਬੇ ਹਯਾਤ ਹੈ। ਆਪਾਂ ਅੰਮ੍ਰਿਤ ਕਹਿ ਦਿੰਦੇ ਆ, ਉਹ ਆਬੇ ਹਯਾਤ ਕਹਿ ਦਿੰਦੇ। ਉਹ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਇਹਨਾਂ ਦਾ ਮੁਰਸ਼ਦ ਬੜਾ ਬਲੀ ਹੋਇਆ, ਉਹਨੇ ਇਹਨਾਂ ਨੂੰ ਆਬੇ ਹਯਾਤ ਦਿੱਤਾ। ਇਹ ਮਰੇ ਹੋਏ ਵੀ ਜਾ ਕੇ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦੇ ਤੇ ਜਿਉਂਦੇ ਹੋ ਜਾਂਦੇ। ਇਹ ਅੰਮ੍ਰਿਤ ਜਲ ਹੈ, ਇਹ ਵਿੱਚ ਅੰਮ੍ਰਿਤ ਜਲ ਛਾਇਆ ਹੋਇਆ।
ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਇਸ ਅੰਮ੍ਰਿਤਸਰ ਸਰੋਵਰ ਦੀ ਮਹਿਮਾ। ਕਹਿੰਦੇ ਅੰਮ੍ਰਿਤਸਰ ਸਰੋਵਰ ਤੋਂ ਜੇ ਉੱਪਰੋਂ ਕੋਈ ਪੰਛੀ ਗੁਜ਼ਰ ਕੇ ਵੀ ਲੰਘ ਜੇ ਉੱਡ ਕੇ, ਅੰਮ੍ਰਿਤਸਰ ਸਰੋਵਰ ਤੋਂ ਤਾਲ ਤੋਂ ਕੋਈ ਪੰਛੀ ਉਡਾਰੀ ਮਾਰ ਕੇ ਵੀ ਲੰਘ ਜਾਏ ਤੇ ਕਹਿੰਦੇ ਉਹ ਵੀ ਮੁਕਤ ਹੋ ਜਾਂਦਾ। ਸਤਿ ਸ਼੍ਰੀ ਅਕਾਲ। ਔਰ ਇਸ ਅੰਮ੍ਰਿਤ ਨਾਲ ਭਰੇ ਹੋਏ ਕੁੰਡ 'ਚ ਇਸ਼ਨਾਨ ਕਰਨ ਵਾਲਿਆਂ ਦੀ ਮੋਕਸ਼ ਵਿੱਚ ਕਿਵੇਂ ਕਹਿ ਸਕਦੇ ਹਾਂ ਕੋਈ ਸੰਦੇਹ ਹੈ? ਇਹ ਅੰਮ੍ਰਿਤਸਰ ਸਰੋਵਰ, ਇਹ ਅੰਮ੍ਰਿਤਸਰ ਤਾਲ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਨੇ ਪੰਚਮ ਗੁਰਦੇਵ ਨੂੰ ਬਚਨ ਕਹੇ, ਗੁਰੂ ਅਰਜਨ ਦੇਵ ਜੀ ਇਸ ਅੰਮ੍ਰਿਤਸਰ ਸਰੋਵਰ ਨੂੰ ਸਾਡਾ ਸਰੀਰ ਜਾਣਦਾ, ਇਹ ਸਾਡਾ ਸਰੀਰ ਹੈ। ਜਿੰਨਾ ਸਾਡੇ ਸਰੀਰ ਦਾ ਅਦਬ ਕਰਦੇ ਹੋ, ਇੰਨਾ ਅਦਬ ਤੇ ਸਤਿਕਾਰ ਇਸ ਅੰਮ੍ਰਿਤਸਰ ਸਰੋਵਰ ਦਾ ਕਰਨਾ। ਤਦੇ ਕਿਹਾ ਨਾ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮ ਲਜਾਏ, ਨਾਇਆ ਰਾਮਦਾਸ ਸਰ। ਇਹ ਅੰਮ੍ਰਿਤਸਰ ਹੈ ਜਿੱਥੇ ਇਸ਼ਨਾਨ ਕੀਤੇ ਮਹਾਰਾਜ ਜੀ ਕਹਿੰਦੇ ਹਰਹਾ ਨਾਨਕ ਕਸਮਲ ਜਾਏ। ਕਸਮਲ ਪਾਪ ਕਰਮਾਂ ਨੂੰ ਕਹਿੰਦੇ ਆ ਕਿ ਜਿੱਥੇ ਇਸ਼ਨਾਨ ਕੀਤਿਆਂ ਸਾਰੇ ਪਾਪ ਹਰੇ ਜਾਂਦੇ ਨੇ। ਇਹ ਐਸਾ ਪਵਿੱਤਰ ਅੰਮ੍ਰਿਤ ਤਾਲ ਹੈ। ਗੁਰਦੇਵ ਕਹਿੰਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਦੇ ਵਿੱਚ ਅੰਮ੍ਰਿਤ ਕੁੰਡ, ਇਹ ਅੰਮ੍ਰਿਤ ਜਲ ਨਾਲ ਭਰਿਆ ਹੋਇਆ। ਹਾਂਜੀ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਹੋਇਆ ਤੇ ਪੂਰਨ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਸਾਜ ਕੀਤਾ, ਰਚਾਇਆ। ਇੱਥੇ ਆ ਕੇ ਇਸ਼ਨਾਨ ਕਰਨ ਵਾਲੇ, ਅਰਜ਼ੋਈਆਂ ਕਰਨ ਵਾਲਿਆਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ। ਸਗਲ ਮਨੋਰਥ ਪੂਰੇ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਇਸ ਤਰ੍ਹਾਂ ਵੀ ਮਹਾਂਪੁਰਸ਼ ਅਰਥ ਕਰਦੇ ਹੈ ਕਿ ਇਹ ਜੋ ਸਾਧ ਸੰਗਤ ਹੈ, ਇਹ ਅੰਮ੍ਰਿਤਸਰ ਹੈ। ਇਹਦੇ 'ਚ ਬੈਠ ਕੇ ਸੰਗਤ ਕਰਨ ਵਾਲੇ ਜਿਹੜੇ ਸਤਿਪੁਰਸ਼ ਨੇ, ਉਹਨਾਂ ਸਤਿਪੁਰਸ਼ਾਂ ਦਾ ਸਰੀਰ ਰੂਪੀ ਧਰਤ ਸੁਹਾਵਣੀ ਸਫਲੀ, ਉਹਨਾਂ ਦਾ ਹਿਰਦਾ ਰੂਪੀ ਤਾਲ ਸੁਹਾਵਣਾ, ਜਿਹਦੇ 'ਚ ਨਾਮ ਅੰਮ੍ਰਿਤ ਜਲ ਭਰਿਆ ਹੋਇਆ। ਕੋਈ ਅੰਮ੍ਰਿਤ ਜਲ ਜਿਨ੍ਹਾਂ ਅੰਦਰ ਛਾਇਆ ਹੋਇਆ, ਉਹਨਾਂ ਦਾ ਸਾਰਾ ਸਾਜ ਪੂਰਨ ਹੋ ਗਿਆ ਔਰ ਉਹਨਾਂ ਦੇ ਸਾਰੇ ਮਨੋਰਥ ਪੂਰਨ ਹੋ ਗਏ। ਉਹ ਪੰਚਮ ਪਾਤਸ਼ਾਹ ਕਹਿੰਦੇ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਕੇ, ਰੱਬੀ ਬਾਣੀ ਦੇ ਕੀਰਤਨ ਸੁਣ ਕੇ, ਪਰਮੇਸ਼ਰ ਦਾ ਭਜਨ ਕਰਕੇ, ਸਾਹਿਬ ਦੇ ਚਰਨਾਂ 'ਚ ਅਰਜ਼ੋਈ ਕਰਕੇ ਸਾਰੇ ਮਨੋਰਥ ਪੂਰੇ ਹੋ ਜਾਂਦੇ। ਸਗਲ ਮਨੋਰਥ ਪੂਰੇ, ਉਹਨਾਂ ਦੇ ਸਾਰੇ ਮਨੋਰਥ ਪੂਰਨ ਹੋ ਜਾਂਦੇ ਨੇ, ਸਿੱਧ ਹੋ ਜਾਂਦੇ ਹਨ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਸਾਰੇ ਜਗਤ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜੈ ਜੈਕਾਰ ਭਇਆ ਜਗ ਅੰਤਰ, ਸਾਰੇ ਜਗਤ ਵਿੱਚ ਉਹਨਾਂ ਦੀ ਜੈ ਜੈਕਾਰ ਹੈ। ਲਾਥੇ ਸਗਲ ਵਿਸੂਰੇ, ਉਹਨਾਂ ਦੇ ਸਾਰੇ ਝੋਰੇ ਲੱਥ ਜਾਂਦੇ। ਜਿਤਨੇ ਝੋਰੇ ਨੇ ਉਹਨਾਂ ਦੇ ਹਿਰਦਿਆਂ ਚੋਂ ਨਿਰਵਿਰਤ ਹੋ ਜਾਂਦੇ ਹਨ। ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਪੂਰਨ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਕਦੇ ਡਿੱਗਦਾ ਨਹੀਂ, ਅਚੁੱਤ ਹੈ। ਅਬਿਨਾਸੀ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ ਔਰ ਉਹਦਾ ਜਸ ਵੇਦਾਂ ਤੇ ਪੁਰਾਣਾਂ ਵਿੱਚ ਵੀ ਗਾਇਆ ਗਿਆ। ਵੇਦ ਵੀ ਉਹਦਾ ਜਸ ਕਰ ਰਹੇ ਨੇ ਤੇ ਪੁਰਾਣ ਵੀ ਉਹਦਾ ਜਸ ਗਾ ਰਹੇ ਹਨ। ਆਪਣਾ ਬਿਰਦ ਰੱਖਿਆ ਪਰਮੇਸ਼ਰ,
ਨਾਨਕ ਨਾਮ ਧਿਆਇਆ। ਆਪਣਾ ਬਿਰਦ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਰੱਖਿਆ, ਮੈਂ ਤਾਂ ਸਿਰਫ ਉਹਦਾ ਨਾਮ ਧਿਆਇਆ ਹੈ। ਬਾਕੀ ਅਗਲਾ ਕੰਮ ਉਹਨੇ ਸਾਰਾ ਕੀਤਾ। ਉਹਨੇ ਆਪਣਾ ਬਿਰਦ ਆਪ ਰਖਾਇਆ। ਮੇਰੇ 'ਚ ਕੀ ਤਾਣ ਸੀ ਕਿ ਮੈਂ ਇਹ ਸੇਵਾ ਕਰਾ ਸਕਦਾ। ਪੰਚਮ ਪਾਤਸ਼ਾਹ ਬਨਿਮਰਤਾ ਪ੍ਰਗਟ ਕਰ ਰਹੇ ਨੇ। ਏਡਾ ਵੱਡਾ ਕਾਰਜ ਅੰਮ੍ਰਿਤਸਰ ਸਰੋਵਰ ਦੀ ਸੇਵਾ, ਇਹ ਉਹਨਾਂ ਦਾ ਆਪਣਾ ਬਿਰਦ, ਆਪਣਾ ਕਾਰਜ ਉਹਨਾਂ ਨੇ ਆਪ ਕੀਤਾ। ਮੈਂ ਕੇਵਲ ਉਸ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ। ਨਵ ਨਿਧ ਸਿੱਧ ਰਿੱਧ ਦੀਨੇ ਕਰਤੇ, ਟੋਟ ਨ ਆਵੈ ਕਾਈ ਰਾਮ। ਨੌ ਨਿਧੀਆਂ ਸਿੱਧੀਆਂ ਤੇ ਰਿੱਧੀਆਂ ਇਹ ਮੇਰੇ ਕਰਤਾ ਪੁਰਖ ਵਾਹਿਗੁਰੂ ਨੇ, ਪਰਮੇਸ਼ਰ ਨੇ ਮੈਨੂੰ ਬਖਸ਼ੀਆਂ, ਜਿਨ੍ਹਾਂ 'ਚ ਕੋਈ ਤੋਟ ਨਹੀਂ। ਨੌ ਨਿਧੀਆਂ ਰਿੱਧੀਆਂ ਸਿੱਧੀਆਂ ਇਹ ਸਾਰੀਆਂ ਮੇਰੇ ਕਰਤਾ ਪੁਰਖ ਪਰਮੇਸ਼ਰ ਨੇ ਮੈਨੂੰ ਬਖਸ਼ ਦਿੱਤੀਆਂ ਨੇ, ਕਿਉਂਕਿ ਉਹਦੇ ਨਾਮ ਵਿੱਚ ਇਹ ਸਾਰੀਆਂ ਹੀ ਨੇ। ਕਰਤੇ ਦੀ ਜਿਹੜੀ ਇਹ ਦਾਤ ਹੈ, ਇਹਦੇ ਵਿੱਚ ਤੋਟਾ ਨਹੀਂ ਆਉਂਦਾ, ਇਹਦੇ 'ਚ ਕਮੀ ਨਹੀਂ ਆਉਂਦੀ। ਖਾਤ ਖਰਚਤ ਬਿਲ ਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਇਹਨੂੰ ਖਾਂਦਿਆਂ ਤੇ ਖਰਚਦਿਆਂ ਯਾਨੀ ਕਿ ਵੰਡਦਿਆਂ, ਇਹਨੂੰ ਮਾਣਦਿਆਂ ਅਸੀਂ ਸੁਖ ਪ੍ਰਾਪਤ ਕੀਤਾ। ਇਹ ਕਰਤੇ ਦੀ ਦਾਤ ਹੈ। ਇਹ ਦਾਤ ਦਿਨ ਪ੍ਰਤੀ ਦਿਨ ਸਵਾਈ ਹੁੰਦੀ ਹੈ, ਵੱਧਦੀ ਚਲੀ ਜਾਂਦੀ। ਇਹ ਕਰਤੇ ਦੀ ਦਾਤ ਹੈ। ਭਾਰਤ ਖੰਡ ਦੇ ਲੋਕਾਂ ਨੂੰ, ਸਮਸਤ ਪ੍ਰਾਣੀ ਮਾਤਰਾ ਨੂੰ, ਪੂਰੇ ਵਿਸ਼ਵ ਭਰ ਦਿਆਂ ਲੋਕਾਂ ਨੂੰ ਕਰਤੇ ਦੀ ਇਹ ਦਾਤ ਹੈ ਕਿ ਆਪਣਾ ਸ੍ਰੀ ਹਰਿਮੰਦਰ ਸੱਚਖੰਡ ਇਸ ਮਾਤ ਲੋਕ ਦੀ ਧਰਤੀ ਤੇ ਦਰਸ਼ਨਾਂ ਨੂੰ ਬਖਸ਼ਿਆ। ਔਰ ਇਹਦੀ ਸੋਭਾ ਦਿਨ ਪ੍ਰਤੀ ਦਿਨ ਹੋਰ ਵੱਧ ਰਹੀ ਹੈ, ਅੱਗੇ ਹੋਰ ਵਧੇਗੀ। 10-20 ਸਾਲ ਪਹਿਲਾਂ ਦਾ ਮਾਹੌਲ ਵੇਖੀਏ, ਹੁਣ ਵੇਖੀਏ, ਵੇਖਦਿਆਂ ਵੇਖਦਿਆਂ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਬਾਰ ਵਿੱਚ ਨਤਮਸਤਕ ਹੁੰਦੀਆਂ। ਤੋ ਕਰਤੇ ਦੀ ਇਹ ਦਾਤ ਦਿਨ ਦਿਨ ਸਵਾਈ ਹੋ ਕੇ, ਸਵਾਈ ਦਾ ਮਤਲਬ ਹੁੰਦਾ ਵੀ ਵਧੇਗੀ, ਇਹ ਵੱਧ ਰਹੀ ਹੈ। ਦਾਤ ਸਵਾਈ ਨਿਖੁੱਟ ਨਾ ਜਾਈ, ਅੰਤਰ ਜਾਮੇ ਪਾਇਆ। ਮੇਰੇ ਦਾਤੇ ਦੀ ਜਿਹੜੀ ਦਾਤ ਹੈ ਨਾ, ਉਹ ਸਵਾਈ ਹੈ, ਬਹੁਤੀ ਹੈ, ਉਹਦੇ 'ਚ ਕਮੀ ਨਹੀਂ ਆਉਂਦੀ। ਸਤਿਗੁਰੂ ਜੀ ਨੇ ਜਿਹੜੀਆਂ ਦਾਤਾਂ ਸਾਨੂੰ ਦੇ ਕੇ ਨਵਾਜਿਆ, ਉਹ ਸਵਾਈਆਂ ਨੇ। ਚਾਹੇ ਉਹ ਸਾਨੂੰ 5 ਕੱਕੇ ਬਖਸ਼ੇ ਹੈ, ਜੋ ਸਾਨੂੰ ਰੋਹ ਰੀਤੀਆਂ ਰਹਿਤ ਮਰਿਆਦਾ ਬਖਸ਼ੀ ਹੈ, ਇਹ ਸਵਾਈ ਇਹਦੇ 'ਚ ਬਹੁਤ ਕੁਝ ਹੈ। ਇਸੇ ਕਰਕੇ ਜੇ ਕੜਾਹ ਪ੍ਰਸ਼ਾਦ ਦੀ ਵਰਤ ਰਹੀ ਦੇਗ ਵਿੱਚ, ਵਰਤ ਰਹੇ ਲੰਗਰ ਵਿੱਚ ਕੋਈ ਸਿੰਘ ਕਹਿੰਦਾ ਨਾ ਵੀ ਸਵਾਇਆ ਪਾਈ, ਉਹ ਇਹ ਨਹੀਂ ਕਹਿੰਦਾ ਵੀ ਥੋੜਾ ਪਾਈ, ਕਿਉਂਕਿ ਮੇਰੇ ਸਾਹਿਬ ਦੇ ਕੁਣਕੇ ਵਿੱਚ ਵੀ ਬੇਅੰਤ ਦਾਤਾਂ ਨੇ। ਥੋੜਾ ਤਾਂ ਥੋੜਿਆਂ ਕੋਲ ਹੁੰਦਾ। ਸਿੰਘ ਕਹਿੰਦੇ ਉਹ ਥੋੜਾ ਕੱਚਿਆ ਪਿੱਲਿਆ ਥੋੜਾ ਕਹਿਣਾ, ਥੋੜਾ ਥੋੜਿਆਂ ਕੋਲ ਸਵਾਇਆ ਕਿਹਾ ਕਰ, ਸਵਾਇਆ। ਕਿਉਂਕਿ ਜੇ ਕਿਣਕਾ ਮਾਤਰ ਵੀ ਲਏਗਾ, ਇਹਦੇ ਵਿੱਚ ਵੀ ਗੁਰੂ ਦੀਆਂ ਬੇਅੰਤ ਬਰਕਤਾਂ ਨੇ। ਇਸ ਕਰਕੇ ਖਾਲਸਾਈ ਬੋਲੇ ਵਿੱਚ ਗੁਰੂ ਘਰ ਵਿੱਚ ਥੋੜੀ ਚੀਜ਼ ਲੈਣੀ ਹੋਵੇ ਤਾਂ ਉਹਨੂੰ ਸਵਾਇਆ ਕਹਿੰਦੇ, ਸਵਾਈ ਕਹਿ ਦਿੰਦੇ। ਸਵਾਈ ਦਾ ਮਤਲਬ ਹੀ ਆ ਵੀ ਬਹੁਤਾ। ਤੋ ਕਰਤੇ ਨੇ ਜਿਹੜੀਆਂ ਜਿਹੜੀਆਂ ਦਾਤਾਂ ਸਾਨੂੰ ਬਖਸ਼ੀਆਂ ਨੇ, ਉਹ ਸਵਾਈਆਂ ਨੇ, ਉਹ ਨਿਖੁੱਟਦੀਆਂ ਨਹੀਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਪਟਨਾ ਸਾਹਿਬ ਤੋਂ ਪੰਜਾਬ ਆਉਣ ਲੱਗੇ। ਰਸਤੇ ਵਿੱਚ ਇੱਕ ਛੋਟਾ ਜਿਹਾ ਨਗਰ ਹੈ, ਇਸ ਨਗਰ ਦਾ ਨਾਮ ਹੈ ਦਾਨਾਪੁਰ। ਇੱਥੇ ਇੱਕ ਬਿਰਧ ਬਜ਼ੁਰਗ ਮਾਈ ਨੇ ਮਹਾਰਾਜ ਜੀ ਦੇ ਦੀਦਾਰ ਕੀਤੇ ਤੇ ਮਨ 'ਚ ਸੰਕਲਪ ਹੋਇਆ ਕਿ ਮੈਂ ਸਤਿਗੁਰਾਂ ਨੂੰ ਭੋਜਨ ਛਕਾਵਾਂ। ਅੱਜ ਸਾਡੇ ਨਗਰ ਆਏ ਨੇ, ਘਰ ਗਈ, ਕੁੱਜੇ 'ਚ ਹੱਥ ਪਾਇਆ ਤੇ ਥੋੜੇ ਜਿਹੇ ਚੌਲ ਤੇ ਉਹ ਵੀ ਟੁੱਟੇ ਹੋਏ, ਜਿਵੇਂ ਕੰਗਣੀ ਜੀ ਹੁੰਦੀ ਹੈ,
ਸੋਚਿਆ ਖਿਚੜੀ ਤਿਆਰ ਕਰ ਲਵਾਂ। ਹਾਂਡੀ 'ਚ ਪਾ ਕੇ ਖਿਚੜੀ ਰਿੰਨੀ, ਰਿੰਨ ਕੇ ਸਵਾਈ ਜੀ ਖਿਚੜੀ ਸੀ, ਪਾਈਆ ਸਵਾ ਪਾਈਆ ਚੌਲ ਹੋਣਗੇ। ਰਿੰਨ ਕੇ ਖਿਚੜੀ ਤੇ ਸਤਿਗੁਰਾਂ ਦੇ ਕੋਲ ਲੈ ਕੇ ਆਈ ਤੇ ਸੋਚੇ ਵੀ ਸਾਹਿਬ ਤਾਂ 36 ਪ੍ਰਕਾਰ ਦੇ ਭੋਜਨ ਛਕਣ ਵਾਲੇ ਨੇ, ਮੈਂ ਗਰੀਬਣੀ ਦੀ ਇਹ ਖਿਚੜੀ ਛਕਣਗੇ ਭਲਾ? ਪਿਛਲੇ ਪਾਸੇ ਹੋ ਕੇ ਖਲੋਤੀ ਰਹੀ। ਬੇਅੰਤ ਸੰਗਤਾਂ ਆਈਆਂ ਨੇ, ਕੋਈ ਪਦਾਰਥ ਕੁਝ ਭੇਟਾ ਕਰ ਰਿਹਾ, ਕੋਈ ਕੁਝ ਭੇਟਾ ਕਰ ਰਿਹਾ। ਤੇ ਬਾਜਾਂ ਵਾਲੇ ਸਾਹਿਬ ਉਸ ਮਾਈ ਨੂੰ ਆਵਾਜ਼ ਮਾਰ ਕੇ ਕਹਿੰਦੇ ਆ ਦੂਰੋਂ ਹੀ, ਮਾਈ ਕੀ ਲਿਆਈਆਂ, ਆ ਛਕਾ ਸਾਨੂੰ। ਮਾਈ ਨੇ ਲਿਆ ਕੇ ਉਹ ਹਾਂਡੀ ਖਿਚੜੀ ਦੀ ਮੂਹਰੇ ਧਰੀ, ਆਖਿਆ ਮਹਾਰਾਜ ਖਿਚੜੀ ਰਿੰਨ ਕੇ ਲਿਆਈ। ਗਰੀਬਨ ਬਾਜ ਜੀ ਨੇ ਆਖਿਆ ਹੁਣ ਕੱਲੇ ਥੋੜੀ ਛਕਾਂਗੇ, ਮਾਈ ਜੇ ਲਿਆਈ ਆ ਤਾਂ ਸਾਡੇ ਨਾਲ ਤਾਂ ਸੰਗਤ ਬੈਠੀ ਹੈ, ਸਾਰੀ ਸਿੰਘ ਬੈਠੇ ਆ, ਇਹ ਸਾਰੇ ਛਕਣਗੇ। ਮਾਤਾ ਆਖੇ ਮਹਾਰਾਜ ਪਾਈਆ ਸਵਾ ਪਾਈਆ ਚੌਲ ਸਨ ਘਰ 'ਚ, ਖਿਚੜੀ ਕਿੰਨਿਆਂ ਕੁ 'ਚ ਵਰਤੇਗੀ, ਇੱਥੇ ਤਾਂ ਸੈਂਕੜੇ ਨੇ। ਮਹਾਰਾਜ ਜੀ ਕਹਿੰਦੇ ਆ ਸਾਰੇ ਛਕਣਗੇ ਤੇ ਰੱਜ ਕੇ ਛਕਣਗੇ। ਮਾਤਾ ਉੱਤੇ ਕੱਪੜਾ ਪਾ ਕੇ ਵੰਡਣੀ ਸ਼ੁਰੂ ਕਰ ਦੇ, ਵਾਹਿਗੁਰੂ ਕਹਿ ਕੇ। ਮਾਤਾ ਨੇ 7 ਬਚਨ ਕਿਹਾ, ਸਾਰੀ ਸੰਗਤ ਨੂੰ ਖਿਚੜੀ ਛਕਾਈ, ਵਿੱਚ ਅੰਮ੍ਰਿਤ ਹੀ ਬਣਿਆ ਹੋਇਆ। ਦੋਹਰੇ ਦੋਹਰੇ ਗੱਫੇ ਵੀ ਕਈਆਂ ਨੇ ਛਕ ਕੇ, ਉਧਰ ਪ੍ਰਸ਼ਾਦਾ ਨਾ ਛਕਿਆ ਕਿਸੇ, ਸਭ ਨੇ ਖਿਚੜੀ ਛਕੀ ਤੇ ਫਿਰ ਸਤਿਗੁਰਾਂ ਦੇ ਕੋਲ ਲਿਆ ਕੇ ਹਾਜ਼ਰ ਕੀਤੀ। ਤੇ ਮਹਾਰਾਜ ਜੀ ਕਹਿੰਦੇ ਹੁਣ ਕੱਪੜਾ ਲਾ, ਜਿੰਨੀ ਬਣਾ ਕੇ ਲਿਆਈ ਸੀ ਓਨੀ ਭਰੀ ਪਈ। ਇਹ ਪ੍ਰਮਾਣ ਦਿੱਤਾ ਮੇਰੇ ਸਤਿਗੁਰਾਂ ਨੇ ਕਿ ਕਰਤੇ ਦੀ ਦਾਤ ਵਿੱਚ ਕਦੇ ਵੀ ਤੋਟਾ ਨਹੀਂ ਆਉਂਦਾ। ਜਿਹੜੀ ਦਾਤ ਕਰਤੇ ਨੇ ਦਿੱਤੀ ਹੈ ਨਾ, ਉਹਦੇ 'ਚ ਤੋਟਾ ਨਹੀਂ ਆਉਂਦਾ, ਨਿਖੁੱਟ ਨਾ ਜਾਈ, ਉਹ ਨਿਖੁੱਟਦੀ ਨਹੀਂ ਹੈ। ਅੰਤਰ ਜਾਮੀ ਪਾਇਆ, ਕਹਿੰਦੇ ਅੰਦਰਾਂ ਦੀ ਜਾਣਨ ਵਾਲਾ, ਦਿਲਾਂ ਦੀ ਜਾਣਨ ਵਾਲਾ, ਮੇਰਾ ਦਿਲਾਂ ਦਾ ਮਹਿਰਮ ਵਾਹਿਗੁਰੂ, ਉਹ ਮੈਂ ਪਾ ਲਿਆ, ਪ੍ਰਾਪਤ ਕਰ ਲਿਆ। ਕੋਟ ਵੇਗਣ ਸਗਲੇ ਉਠ ਨਾਠੇ, ਦੁਖ ਨਾ ਨੇੜੇ ਆਇਆ। ਮੇਰੇ ਕਰੋੜਾਂ ਬਿਘਨ ਸਾਰੇ ਉੱਠ ਕੇ ਨੱਠ ਗਏ, ਕਿਸੇ ਪ੍ਰਕਾਰ ਦਾ ਦੁੱਖ ਹੁਣ ਮੇਰੇ ਨੇੜੇ ਨਹੀਂ ਆਇਆ। ਸ਼ਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੂਖ ਸਬਾਈ। ਹਿਰਦੇ 'ਚ ਸ਼ਾਂਤੀ ਸਹਿਜ ਤੇ ਕਨੇਰਾ ਆਨੰਦ ਵਰਤ ਗਿਆ। ਮੇਰੀਆਂ ਜਿੰਨੀਆਂ ਭੁੱਖਾਂ ਸਨ ਉਹ ਗਵਾਚ ਗਈਆਂ, ਦੂਰ ਹੋ ਗਈਆਂ। ਬਿਨਸੀ ਭੂਖ ਸਬਾਈ, ਸਾਰੀਆਂ ਭੁੱਖਾਂ ਮੇਰੇ ਹਿਰਦੇ ਦੀਆਂ ਉਹ ਬਿਨਸ ਗਈਆਂ ਹਨ। ਨਾਨਕ ਗੁਣ ਗਾਵਹਿ ਸੁਆਮੀ ਕੇ, ਅਚਰਜ ਜਿਸ ਵਡਿਆਈ ਰਾਮ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਆਪਣੇ ਸੁਆਮੀ ਦੇ ਗੁਣ ਗਾਇਨ ਕਰਦਾ ਹਾਂ, ਜਿਸ ਦੀ ਵਡਿਆਈ ਅਸਚਰਜ ਹੈ। ਮੇਰੇ ਮਾਲਕ ਦੀ ਜਿਹੜੀ ਵਡਿਆਈ ਹੈ ਨਾ, ਉਹ ਅਸਚਰਜ ਹੈ, ਬਿਸਮਾਦ ਹੈ। ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸੁਆਮੀ ਦੇ ਮੈਂ ਗੁਣ ਗਾਇਨ ਕਰਦਾ ਹਾਂ। ਜਿਸ ਕਾ ਕਾਰਜ ਤਿਨਹਿ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਹ ਕਾਰਜ ਜਿਸ ਦਾ ਸੀ ਉਹਨੇ ਕਰ ਲਿਆ, ਮੈਂ ਮਾਨਸ ਵਿਚਾਰਾ ਕੀ ਸੀ ਕਰਨ ਵਾਲਾ, ਜਿਹਦਾ ਕਾਰਜ ਸੀ ਉਹਨੇ ਕਰ ਲਿਆ। ਸਿੱਖ ਦੇ ਕਿਸੇ ਵੀ ਕਾਰਜ ਵਾਸਤੇ, ਕੋਈ ਵੀ ਕਾਰਜ ਕੀਤਾ ਜਾਂ ਕਰਨਾ ਜਾਂ ਆਰੰਭਣਾ, ਸਾਡੀ ਮਰਿਆਦਾ ਹੈ ਕਿ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹਦੇ, ਫਿਰ ਅਰਦਾਸ ਕਰਦੇ। ਖੁਸ਼ੀ ਹੋਵੇ, ਗਮੀ ਹੋਵੇ, ਕੋਈ ਵੀ ਸਮਾਗਮ ਹੋਵੇ, ਆਨੰਦ ਸਾਹਿਬ ਦੀ ਬਾਣੀ ਦਾ ਜਾਪ ਕਰਕੇ ਅਰਜ਼ੋਈ ਕਰਦੇ ਹਾਂ, ਦੇਗ ਤਿਆਰ ਕੀਤੀ ਹੋਵੇ। ਆਨੰਦ ਸਾਹਿਬ ਪੜ੍ਹਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਸਟੈਂਪ ਹੈ, ਮੋਹਰ ਹੈ, ਮੁੰਦਾਵਣੀ ਹੈ। ਸਤਿਗੁਰੂ ਜੀ ਇਹ ਕਾਰਜ ਤੁਹਾਡਾ ਹੈ। ਆਨੰਦ ਸਾਹਿਬ ਪੜ੍ਹਨ ਦਾ ਮਤਲਬ ਹੀ ਇਹ ਕੰਮ ਤੁਹਾਡਾ ਹੈ, ਮਹਾਰਾਜ ਤੁਸੀਂ ਕਰਨਾ। ਇਹ ਸਿੱਖ ਦੀ ਭਾਵਨਾ ਹੁੰਦੀ ਉਸ ਵੇਲੇ। ਕੋਈ ਕਾਰਜ ਆਰੰਭਣਾ ਤਾਂ, ਜੇ ਕੋਈ ਕਾਰਜ ਪੂਰਾ ਹੋਇਆ ਤਾਂ
ਮਹਾਰਾਜ ਤੁਹਾਡਾ ਕਾਰਜ ਸੀ, ਤੁਸੀਂ ਕੀਤਾ। ਮਹਾਰਾਜ ਇਹ ਤੁਹਾਡਾ ਕਾਰਜ ਆਰੰਭਣ ਲੱਗਿਆ, ਤੁਸੀਂ ਕਰਨਾ ਹੈ। ਮੈਂ ਮਾਨਸ ਵਿਚਾਰਾ ਕੁਝ ਵੀ ਨਹੀਂ ਕਿ ਕਰ ਸਕਾਂ। ਸਾਡੇ ਵਿੱਚ ਤਾਂ ਇੰਨੀ ਤਾਕਤ ਨਹੀਂ ਵੀ ਇੱਕ ਸਾਹ ਅੰਦਰ ਗਿਆ ਦੁਬਾਰਾ ਉਹਨੂੰ ਖਿੱਚ ਕੇ ਬਾਹਰ ਲੈ ਕੇ ਆਉਣਾ ਜਾਂ ਬਾਹਰੋਂ ਅੰਦਰ ਲਿਜਾਣਾ, ਕਿ ਨਹੀਂ, ਇੰਨਾ ਤਾਣ ਵੀ ਨਹੀਂ। ਅਸੀਂ ਮਾਨਸ ਵਿਚਾਰੇ ਕੀ ਹਾਂ ਮਹਾਰਾਜ, ਇਹ ਕਾਰਜ ਤੁਹਾਡਾ, ਤੁਸੀਂ ਕਰਨਾ। ਸਾਡੇ ਵਿੱਚ ਕੋਈ ਤਾਣ ਨਹੀਂ ਕਿ ਅਸੀਂ ਕਰ ਸਕੀਏ। ਇਹ ਅਵਸਥਾ ਗੁਰਸਿੱਖ ਅੰਦਰ ਹੋਣੀ ਚਾਹੀਦੀ ਹੈ। ਜਿਸ ਕਾ ਕਾਰਜ ਤਿਨ ਹੀ ਕੀਆ, 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 ਜਿਸ ਕਾ ਕਾਰਜ ਤਿਨ ਹੀ ਕੀਆ। ਮਾਨਸ ਕਿਆ ਵਿਚਾਰਾ ਰਾਮ, ਮਾਨਸ ਕਿਆ ਵਿਚਾਰਾ ਰਾਮ, ਮਾਨਸ ਕਿਆ ਵਿਚਾਰਾ ਰਾਮ, ਮਾਨਸ ਕਿਆ ਵਿਚਾਰਾ ਰਾਮ। ਮਹਾਰਾਜ ਜੀ ਜਿਸ ਦਾ ਕਾਰਜ ਸੀ ਉਹਨੇ ਕੀਤਾ। ਇਹ ਕਾਰਜ ਸਾਡਾ ਨਹੀਂ। ਐਡਾ ਵੱਡਾ ਮਹਾਨ ਅਸਥਾਨ ਤਿਆਰ ਕਰਕੇ ਪੰਚਮ ਪਾਤਸ਼ਾਹ ਕਹਿੰਦੇ ਜਿਸ ਦਾ ਸੀ ਉਹਨੇ ਕੀਤਾ। ਇਹ ਕਾਰਜ ਗੁਰੂ ਰਾਮਦਾਸ ਸਾਹਿਬ ਦਾ ਸੀ। ਇਹ ਕਾਰਜ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦਾ ਸੀ। ਉਹਨਾਂ ਨੇ ਹੁਕਮ ਕੀਤਾ ਸੀ ਕਿ ਇੱਥੇ ਸਰੋਵਰ ਲਾਓ। ਇਹ ਕਾਰਜ ਗੁਰੂ ਨਾਨਕ ਪਾਤਸ਼ਾਹ ਦਾ ਸੀ। ਪਹਿਲੇ ਜਾਮੇ ਚ ਉਹਨਾਂ ਇੱਥੇ ਆ ਕੇ ਚਰਨ ਪਾਏ ਤੇ ਬਚਨ ਕੀਤਾ ਸੀ ਇੱਥੇ ਉੱਘਾ ਸਥਾਨ ਹੋਵੇਗਾ। ਇਹ ਕਾਰਜ ਗੁਰੂ ਅੰਗਦ ਦੇਵ ਸਾਹਿਬ ਦਾ ਹੈ। ਉਹਨਾਂ ਵੀ ਇੱਥੇ ਚਰਨ ਪਾਏ ਨੇ। ਜਿਸ ਦਾ ਸੀ ਉਹਨਾਂ ਨੇ ਕਰ ਲਿਆ। ਮੈਂ ਮਾਨਸ ਵਿਚਾਰਾ ਕੀ ਹਾਂ, ਹਵਾ ਦੀਆਂ ਭਰੀਆਂ ਹੋਈਆਂ ਖੱਲੜੀਆਂ ਹਾਂ। ਸਾਡੇ ਚ ਕੀ ਤਾਣ ਹੈ। ਗੁਰਸਿੱਖ ਕੋਈ ਕਾਰਜ ਕਰੇ, ਸੇਵਾ ਕਰੇ, ਨਿਤਨੇਮ ਕਰੇ, ਬਾਣੀ ਪੜ੍ਹੇ, ਭਜਨ ਕਰੇ, ਚੰਗੇ ਕਰਮ ਕਰੇ, ਪੁੰਨ ਕਰੇ, ਦਾਨ ਕਰੇ, ਦਇਆ ਕਰੇ, ਕਰਨ ਤੋਂ ਬਾਅਦ ਇਹੀ ਆਖੇ ਮੇਰੇ ਮਾਲਕ ਦਾ ਸੀ, ਉਹਨੇ ਕਰ ਲਿਆ, ਉਹਨੇ ਕਰਾ ਲਿਆ। ਮੈਂ ਮਾਨਸ ਕੀ ਸੀ, ਮੇਰੇ ਚ ਕੀ ਤਾਕਤ ਸੀ ਕਿ ਮੈਂ ਕਰ ਸਕਦਾ। ਇੱਥੇ ਬੈਠੇ ਜੇ ਕਥਾ ਕਰ ਰਹੇ ਆ, ਸਾਡੇ ਚ ਕੀ ਤਾਣ ਅਸੀਂ ਕਰ ਸਕੀਏ। ਸੁਣ ਰਹੇ ਆ, ਸਾਡੇ ਚ ਕੀ ਤਾਣ ਸੀ ਕਿ ਅਸੀਂ ਸੁਣ ਸਕਦੇ। ਇਹ ਮੇਰੇ ਮਾਲਕ ਦਾ ਤਰਸ ਵਰਤ ਰਿਹਾ ਹੈ। ਕਰਨ ਵਾਲਿਆਂ ਤੇ ਉਹਦਾ ਤਰਸ ਵਰਤ ਰਿਹਾ ਹੈ, ਸੁਣਨ ਵਾਲਿਆਂ ਤੇ ਵੀ ਉਹਦਾ ਤਰਸ ਵਰਤ ਰਿਹਾ। ਮਾਨਸ ਕਿਆ ਵਿਚਾਰਾ ਰਾਮ। ਮਨੁੱਖ ਹੈ ਹੀ ਕੀ ਜੇ ਵੇਖੀਏ ਵਿਚਾਰ ਗੋਚਰੀ ਦ੍ਰਿਸ਼ਟੀ ਨਾਲ, ਇਹ ਮਨੁੱਖ ਹੈ ਹੀ ਕੀ। ਅਸੀਂ ਆਪਣੇ ਆਪ ਵੱਲ ਝਾਤੀ ਮਾਰੀਏ, ਹਾਂ ਹੀ ਕੀ ਅਸੀਂ। ਕੀ ਹੈ ਮਨੁੱਖ? ਇੱਕ ਮਿੱਟੀ ਦਾ ਘੜਾ, ਪਾਣੀ ਦਾ ਬੁਦਬੁਦਾ। ਕਿੰਨੀ ਕੁ ਹਸਤੀ ਹੁੰਦੀ ਹੈ ਉਹਦੀ। ਇਹ ਜਨਮ ਲੈਂਦਾ ਮਾਤਾ ਦੇ ਉਦਰ ਵਿੱਚ। ਵਿਦਵਾਨ ਜਨ ਲਿਖਦੇ ਨੇ, ਕਹਿੰਦੇ ਜਨਮ ਲੈਣ ਵੇਲੇ, ਜਨਮ ਲੈ ਕੇ ਜਦੋਂ ਆਉਂਦਾ ਏਦਾਂ ਜਾਪਦਾ ਜਿਵੇਂ ਕਿਸੇ ਥੋੜੇ ਵਿੱਚੋਂ ਗੰਦਗੀ ਦੇ ਢੇਰ ਚੋਂ ਕੋਈ ਕਿਰਮ ਨਿਕਲਿਆ ਹੋਵੇ। ਤੜਫਦਾ ਪਿਆ ਮੰਜੇ ਤੇ, ਉੱਤੇ ਹੀ ਸਰੀਰ ਦੀ ਕਿਰਿਆ ਕਰਦਾ, ਵਿੱਚ ਪਿਆ ਰੋਂਦਾ ਕੁਰਲਾਉਂਦਾ, ਸਮਰੱਥ ਜਿਹਾ, ਸਹਾਏ ਜਿਹਾ, ਹੱਥ ਪੈਰ ਤੱਟਦਾ, ਮਾਰਦਾ, ਕੋਈ ਤਕਲੀਫ ਹੁੰਦੀ ਬੋਲ ਕੇ ਦੱਸ ਨਹੀਂ ਪਾਉਂਦਾ। ਕੀ ਹੈ ਉਹ ਜੀਵ? ਥੋੜਾ ਜਿਹਾ ਵੱਡਾ ਹੁੰਦਾ, ਕਦੇ ਕੋਈ ਘੂਰਦਾ, ਕਦੇ ਕੋਈ ਘੂਰਦਾ, ਕਦੇ ਕੋਈ ਲਾਡ ਲਡਾਉਂਦਾ। ਹੋਰ ਵੱਡਾ ਹੁੰਦਾ, ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ। ਕੀ ਇਹਦੀ ਹਸਤੀ ਹੈ? ਕੀ ਇਹਦਾ ਵਜੂਦ ਹੈ? ਇਹ ਮਾਨਸ ਹੈ ਹੀ ਕੀ? ਵਿਚਾਰਾ ਹੀ ਹੈ ਨਾ। ਫਿਰ ਇਹਨੂੰ ਵਿਚਾਰਾ ਹੀ ਕਹਾਂਗੇ ਨਾ। ਮਾਨਸ ਕਿਆ ਵਿਚਾਰਾ ਰਾਮ।
ਇਹ ਮਾਨਸ ਕੀ ਹੈ ਵਿਚਾਰਾ। ਇਸ ਕਰਕੇ ਜਿਸ ਦਾ ਕਾਰਜ ਸੀ ਉਹਨੇ ਕਰ ਲਿਆ, ਜਿਸ ਦਾ ਕਾਜ ਸੀ ਉਹਨੇ ਆਪ ਸਵਾਰ ਲਿਆ। ਹਾਂਜੀ। ਭਗਤ ਸੋਹਣ ਹਰਿ ਕੇ ਗੁਣ ਗਾਵਹਿ, ਸਦਾ ਕਰਹਿ ਜੈਕਾਰਾ ਰਾਮ। ਉਹਦੇ ਭਗਤ ਸੋਭਦੇ ਨੇ ਸ੍ਰੀ ਦਰਬਾਰ ਸਾਹਿਬ 'ਚ ਬੈਠੇ, ਸਤ ਸੰਗਤ ਵਿੱਚ ਬੈਠੇ, ਸਾਧ ਸੰਗਤ ਵਿੱਚ ਬੈਠੇ ਹਰੀ ਦੇ ਗੁਣ ਗਾਇਨ ਕਰਦੇ ਨੇ ਔਰ ਸਦਾ ਹੀ ਜੈ ਜੈਕਾਰ ਕਰਦੇ ਨੇ ਆਪਣੇ ਮਾਲਕ ਦੀ, ਆਪਣੇ ਭਗਵਾਨ ਦੀ ਕਿ ਹੇ ਵਾਹਿਗੁਰੂ ਜੀ ਤੁਹਾਡੀ ਸਦਾ ਜੈ ਹੋਵੇ, ਸਦਾ ਜੈ, ਸਦਾ ਜੈ, ਸਦਾ ਜੈ ਭਗਵਤੀ। ਹੇ ਵਾਹਿਗੁਰੂ ਤੇਰੀ ਸਦਾ ਹੀ ਜੈ। ਜੈ ਜੈ ਹੋਸੀ ਮਹਿਖਾਸੁਰ ਮਰਦਨ, ਰਮ ਕਪਰਦਨ ਬਿਤਲ ਤਲੇ। ਜੈ ਜੈ ਹੋਸੀ, ਤੇਰੀ ਜੈ ਜੈਕਾਰ। ਤੂੰ ਸਦਾ ਹੀ ਵਾਹਿਗੁਰੂ ਦੇ ਪਿਆਰੇ ਉਸ ਪਰਮੇਸ਼ਰ ਦੀ ਜੈ ਜੈਕਾਰ ਦਾ ਨਾਦ ਕਰਦੇ ਹਨ। ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਣੀ। ਰੱਬ ਦੇ ਪਿਆਰੇ ਉਸ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਆ ਤੇ ਗਾ ਕੇ ਉਹਨਾਂ ਦੇ ਹਿਰਦਿਆਂ 'ਚ ਆਨੰਦ ਉਪਜਦਾ। ਸਾਧ ਸੰਗਤ ਸੰਗ ਬਣੀ, ਉਹਨਾਂ ਦੀ ਸਾਧ ਸੰਗਤ ਦੇ ਨਾਲ ਬਣਦੀ ਹੈ। ਆਪਾਂ ਕਹਿੰਦੇ ਨਾ ਫਲਾਣੇ ਦੀ ਫਲਾਣੇ ਨਾਲ ਬਣਦੀ ਹੈ ਬਈ, ਅਮਕੇ ਦੀ ਅਮਕੇ ਨਾਲ ਬਣਦੀ ਹੈ। ਰੱਬ ਦੇ ਪਿਆਰਿਆਂ ਦੀ ਸਾਧ ਸੰਗਤ ਨਾਲ ਬਣਦੀ ਹੈ। ਉਹਨਾਂ ਦਾ ਮਨ ਕਿਤੇ ਹੋਰ ਲੱਗਦਾ ਹੀ ਨਹੀਂ, ਜਦੋਂ ਸੰਗਤ ਵਿੱਚ ਆ ਜਾਂਦੇ ਆ ਤੇ ਖਿੜ ਜਾਂਦੇ। ਆਹਾ ਆਨੰਦ ਬਣ ਗਿਆ। ਦੋ ਘੜੀਆਂ ਬਹਿ ਕੇ ਕਥਾ ਕੀਰਤਨ ਸੁਣਾਂਗੇ, ਆਨੰਦ ਬਣ ਗਿਆ। ਉਹਨਾਂ ਦੀ ਬਣਦੀ ਸੰਗਤ ਨਾਲ, ਸਾਧ ਸੰਗਤ ਨਾਲ ਹੀ ਉਹਨਾਂ ਦਾ ਪ੍ਰੇਮ ਹੈ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਨੀ। ਜਿਸ ਨੇ ਉਦਮ ਕੀਤਾ, ਧੰਨ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਨੇ ਉਦਮ ਕੀਤਾ ਇਹ ਸਰੋਵਰ ਬਣਾਉਣ ਦਾ। ਕਹਿੰਦੇ ਉਹਨਾਂ ਦੀ ਉਪਮਾ ਕਿੱਥੇ ਤੱਕ ਵਰਣਨ ਕਰੀਏ। ਇੱਕ ਤਾਂ ਇਹ ਅਰਥ, ਜਿਨ੍ਹਾਂ ਨੇ ਉਦਮ ਕੀਤਾ ਸਾਧ ਸੰਗਤ ਰੂਪੀ ਤਾਲ 'ਚ ਜਾਣ ਦਾ, ਉਦਮ ਕੀਤਾ ਵੀ ਸੰਗਤ 'ਚ ਚੱਲੀਏ। ਕਹਿੰਦੇ ਉਹਨਾਂ ਦੀ ਉਪਮਾ ਕਿੱਥੋਂ ਤੱਕ ਕੀ ਗਿਣੀਏ। ਜਿਨ੍ਹਾਂ ਅੰਦਰ ਸਾਧ ਸੰਗਤ ਕਰਨ ਦਾ ਚਾਅ ਤੇ ਉਦਮ ਹੈ। 68 ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ, ਕਈ ਤਰ੍ਹਾਂ ਦੇ ਪੁੰਨ ਕਿਰਿਆਵਾਂ ਦੇ ਕਰਮ, ਨਿਰਮਲ ਆਚਰਣ, ਇਹਦਾ ਫਲ ਹੈ ਨਾ ਵੱਖੋ ਵੱਖਰਾ। 68 ਤੀਰਥਾਂ 'ਚ ਨਹਾਈਏ ਉਹਦਾ ਫਲ, ਫਿਰ ਕਈ ਤਰ੍ਹਾਂ ਦੇ ਪੁੰਨ ਕਰਮ ਕਰੀਏ ਉਹਦਾ ਫਲ, ਫਿਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਮ ਕਰੀਏ ਉਹਦਾ ਫਲ, ਫਿਰ ਨਿਰਮਲ ਆਚਰਣ ਧਾਰਨ ਕਰੀਏ, ਚੰਗਾ ਵਿਵਹਾਰ ਧਾਰਨ ਕਰੀਏ ਉਹਦਾ ਫਲ। ਕਹਿੰਦੇ ਜਦੋਂ ਕੋਈ ਗੁਰ ਸਿੱਖ, ਕੋਈ ਮਾਈ ਭਾਈ ਅੰਮ੍ਰਿਤ ਤਾਲ ਵਿੱਚ ਚੁੱਭਾ ਲਾਉਂਦਾ ਤਾਂ ਇਹ ਸਾਰੇ ਪੁੰਨ, ਸਾਰੇ ਫਲ ਇੱਕੋ ਚੁੱਭਾ ਲਾਉਂਦਿਆਂ ਉਹਨੂੰ ਪ੍ਰਾਪਤ ਹੋ ਜਾਂਦੇ। ਇਹ ਸਾਰੇ ਪੁੰਨ, ਸਾਰੇ ਭਲੇ ਕਰਮਾਂ ਦੇ ਫਲ, 68 ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨੂੰ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦਿਆਂ ਪ੍ਰਾਪਤ ਹੋ ਜਾਂਦਾ। ਫਿਰ ਇਹ ਜਿੱਥੇ ਆਪਾਂ ਬੈਠੇ ਆ ਸਾਧ ਸੰਗਤ, ਇਹਨੂੰ ਵੀ ਅੰਮ੍ਰਿਤ ਤਾਲ ਕਿਹਾ ਨਾ ਸਤਿਗੁਰਾਂ ਨੇ। ਇੱਥੇ ਆ ਕੇ ਜਿਹੜਾ ਸੰਗਤ ਵਿੱਚ ਕਥਾ ਕੀਰਤਨ ਸੁਣਦਾ ਹੈ, ਜੁੜਦਾ ਹੈ, ਕਹਿੰਦੇ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਪ੍ਰਾਪਤ ਹੋ ਜਾਂਦਾ। ਉਹਨੂੰ ਕਈ ਪ੍ਰਕਾਰ ਦੇ ਕੀਤੇ ਚੰਗੇ ਪੁੰਨ ਕਰਮਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਪਾਤਤ ਪਾਵਨ ਬਿਰਧ ਸੁਆਮੀ, ਨਾਨਕ ਸ਼ਬਦ ਆਧਾਰਾ। ਹੇ ਵਾਹਿਗੁਰੂ ਜੀ, ਤੁਹਾਡਾ ਬਿਰਦ ਹੈ ਪਤਤਾਂ ਨੂੰ ਪਾਵਨ ਕਰਨਾ, ਪਵਿੱਤਰ ਕਰਨਾ। ਇਹ ਬਿਰਦ ਹੈ ਤੁਹਾਡਾ। ਜਿਹੜਾ ਪਤਤ ਹੈ, ਡਿੱਗਿਆ ਹੋਇਆ ਪਾਪੀ ਆ, ਉਹਨੂੰ ਪਵਿੱਤਰ ਕਰਨਾ। ਨਾਨਕ ਸ਼ਬਦ ਆਧਾਰਾ। ਮਹਾਰਾਜ ਮੇਰੇ ਲਈ ਤੁਹਾਡੇ ਸ਼ਬਦ ਦਾ ਆਧਾਰ ਹੈ, ਮੈਨੂੰ ਤੁਹਾਡੇ ਸ਼ਬਦ ਦਾ ਆਸਰਾ ਹੈ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀਜੈ ਰਾਮ। ਮੇਰਾ ਪ੍ਰਭੂ ਕਰਤਾ ਪੁਰਖ ਹੈ ਤੇ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਗੁਣਾਂ ਦਾ ਖਜ਼ਾਨਾ ਮੇਰਾ ਪ੍ਰਭੂ,
ਉਹਦੀ ਮੈਂ ਕਿਹੜੀ ਕਿਹੜੀ ਉਸਤਤ ਕਰਾਂ, ਕਿਹੜੀ ਕਿਹੜੀ ਉਪਮਾ ਕਹਾਂ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਕਿਹੜੀ ਕਿਹੜੀ ਉਪਮਾ ਕਰੀਏ? ਬੇਅੰਤ ਉਪਮਾ ਦੇ ਮਾਲਕ ਨੇ ਸੁਆਮੀ ਜੀ। ਸ਼ੇਸ਼ ਸਹਸ ਫਨ ਰਟਤ, ਤਦਪ ਤੁਮ ਅੰਤ ਨ ਪਾਵਤ। ਕਲਗੀਧਰ ਦੇ ਅੰਮ੍ਰਿਤ ਬੋਲ ਨੇ ਸਰਬ ਲੋ ਪ੍ਰਕਾਸ਼ ਗ੍ਰੰਥ। ਮਹਾਰਾਜ ਜੀ ਬੇਅੰਤ ਨਾਮ ਉਚਾਰਦਾ ਆਪਣੇ ਹਜ਼ਾਰਾਂ ਫਣਾਂ ਨਾਲ, ਫਿਰ ਵੀ ਤੁਹਾਡਾ ਅੰਤ ਨਹੀਂ ਪਾਉਂਦਾ। ਮਹਾਰਾਜ ਜੀ ਤੁਹਾਡੇ ਕਿਹੜੇ ਕਿਹੜੇ ਗੁਣ ਕਹੀਏ, ਕਿਹੜੀ ਕਿਹੜੀ ਉਸਤਤ ਵਰਣਨ ਕਰੀਏ। ਸੰਤਾ ਕੇ ਬੇਨੰਤੇ ਸੁਆਮੀ, ਨਾਮ ਮਹਾਰਸ ਦੀਜੈ ਰਾਮ। ਮਹਾਰਾਜ ਜੀ ਸੰਤ ਜਨਾਂ ਦੀ ਬੇਨਤੀ ਹੈ ਆਪ ਦੇ ਚਰਨਾਂ 'ਚ, ਤੁਹਾਡੇ ਚਰਨਾਂ ਵਿੱਚ। ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਨਾਮ ਦਾ ਮਹਾਰਸ ਬਖਸ਼ੋ, ਨਾਮ ਦਾ ਮਹਾਰਸ ਪ੍ਰਦਾਨ ਕਰੋ। ਗੁਰੂ ਖਾਲਸਾ ਜੀ, ਨਾਮ ਦਾ ਮਹਾਰਸ, ਮਹਾਰਸ ਤਾਂ ਕਿ ਹੈ ਵੀ ਦੁਨੀਆ ਦੇ ਸਾਰੇ ਰਸ ਹੋਛੇ ਨੇ। ਇਹ ਰਸ ਜਿਨ੍ਹਾਂ ਨੂੰ ਆ ਜਾਏ ਉਹਨੂੰ ਦੁਨੀਆ ਦੇ ਸਾਰੇ ਰਸ ਹੋਛੇ ਪ੍ਰਤੀਤ ਹੁੰਦੇ ਆ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਆਓ। ਇਸ ਕਰਕੇ ਸਾਡੀ ਬੇਨਤੀ ਹੈ ਮਹਾਰਾਜ ਜੀ ਤੁਹਾਡੇ ਚਰਨਾਂ 'ਚ, ਸਾਨੂੰ ਨਾਮ ਦਾ ਮਹਾਰਸ ਪ੍ਰਦਾਨ ਕਰੋ। ਨਾਮ ਦੀਜੈ ਦਾਨ ਕੀਜੈ, ਵਿਸਰ ਨਾਹੀ ਇਕ ਖਿਨੋ। ਮਹਾਰਾਜ ਜੀ ਨਾਮ ਦਿਓ, ਦਾਨ ਕੀਜੈ, ਦਾਨ ਦਿਓ ਮਹਾਰਾਜ। ਇੱਕ ਖਿਨ ਮਾਤਰ ਵੀ ਸਾਡੇ ਹਿਰਦੇ ਚੋਂ ਨਾ ਵਿਸਰੋ। ਵਿਸਰ ਨਾਹੀ ਇਕ ਖਿਨੋ। ਮਹਾਰਾਜ ਇੱਕ ਖਿਨ ਮਾਤਰ ਵੀ ਸਾਡੇ ਹਿਰਦੇ ਚੋਂ ਨਾ ਵਿਸਰੋ, ਐਸਾ ਦਾਨ ਕਰੋ। ਹੁਣ ਗੋਪਾਲ ਉਚਰ ਰਸਨਾ, ਸਦਾ ਗਾਈਐ ਅਨ ਦਿਨੋ। ਮੈਂ ਆਪਣੇ ਗੋਪਾਲ ਵਾਹਿਗੁਰੂ ਪਰਮੇਸ਼ਰ ਦੇ ਗੁਣ ਆਪਣੀ ਰਸਨਾ ਨਾਲ ਉਚਰਦਾ। ਰਾਤ ਦਿਨ ਅੱਠੇ ਪੈਰ ਨਿਰੰਤਰ ਇੱਕ ਰਸ ਆਪਣੇ ਮਾਲਕ ਦੇ ਗੁਣਾਂ ਨੂੰ ਗਾਇਨ ਕਰਦਾ, ਔਰ ਮੰਗ ਵੀ ਇਹੀ ਕਰਦਾ, ਮਹਾਰਾਜ ਮੇਰੇ ਹਿਰਦੇ ਚੋਂ ਇੱਕ ਖਿਨ ਮਾਤਰ ਵੀ ਨਾ ਵਿਸਰੋ। ਜਿਸ ਪ੍ਰੀਤ ਲਾਗੇ ਨਾਮ ਸੇਤੇ, ਮਨ ਤਨ ਅੰਮ੍ਰਿਤ ਪੀਜੈ। ਜਿਨ੍ਹਾਂ ਅੰਦਰ ਪ੍ਰੀਤ ਲੱਗ ਜਾਏ ਪਰਮੇਸ਼ਰ ਦੇ ਨਾਮ ਦੀ, ਉਹਨਾਂ ਦਾ ਮਨ, ਉਹਨਾਂ ਦਾ ਤਨ ਪਰਮੇਸ਼ਰ ਦੇ ਅੰਮ੍ਰਿਤ ਨਾਮ ਨਾਲ ਭਿੱਜ ਜਾਂਦਾ ਹੈ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਜਿਨ੍ਹਾਂ ਅੰਦਰ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਲੱਗ ਜਾਏ, ਉਹਨਾਂ ਦਾ ਮਨ ਤੇ ਤਨ ਅੰਮ੍ਰਿਤ ਨਾਲ ਭਿੱਜ ਜਾਂਦਾ ਹੈ। ਬਿਨਵੰਤ ਨਾਨਕ ਇਛ ਪੁੰਨੀ, ਪੇਖ ਦਰਸ਼ਨ ਜੀਜੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਮੇਰੀ ਇੱਛਾ ਮੇਰੇ ਮਾਲਕ ਨੇ ਪੂਰੀ ਕਰਨੀ, ਮੈਂ ਉਹਦੇ ਦਰਸ਼ਨ ਕਰਕੇ ਜੀਵਦਾ। ਵੇਖ ਦਰਸ਼ਨ ਜੀਜੈ, ਉਹਦੇ ਦਰਸ਼ਨ ਕਰਕੇ ਜੀਵਦਾ ਹਾਂ, ਔਰ ਮੇਰੀ ਇੱਛਾ ਮੇਰੇ ਮਾਲਕ ਨੇ ਪੂਰੀ ਕਰ ਦਿੱਤੀ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ
ਪ੍ਰਭ ਮੇਰਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।